Hello students, in our today's video we are discussing 13th poem of literary panel Attacked by Pit Bulls. So let's begin. ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਪਿਟ ਬੁਲਸ ਕੌਣ ਹੁੰਦੇ ਨੇ। ਇਹ ਇੱਕ ਡੌਗੀ ਦੀ ਕੁੱਤਿਆਂ ਦੀ ਕਿਸਮ ਹੈ ਜਿਹੜੀ ਕਿ ਸਭ ਤੋਂ ਭਿਆਨਕ ਮੰਨੀ ਜਾਂਦੀ ਹੈ ਤੇ ਇਹ ਵੀ ਕਿਹਾ ਜਾਂਦਾ ਵੀ ਜੇ ਜਿਵੇਂ ਇਹ ਨੌਨ ਵੈਜ ਵਗੈਰਾ ਖਾਂਦੇ ਨੇ ਵੀ ਜੇ ਇਹਨਾਂ ਨੂੰ ਨੌਨ ਵੈਜ ਨਾ ਦਿੱਤਾ ਜਾਵੇ ਤਾਂ ਇਹ ਮਤਲਬ ਆਪਣੇ ਜਿਹੜਾ ਮਾਲਕ ਹੁੰਦਾ ਉਹਨੂੰ ਵੀ ਖਾ ਲੈਂਦੇ ਵੀ ਇੱਦਾਂ ਦੀ ਬੜੀ ਹੀ ਜੇ ਆਪਾਂ ਕਹਿੰਦੇ ਨਾ ਅਟੈਕਿੰਗ ਡੌਗਸ ਮੰਨੇ ਜਾਂਦੇ ਨੇ ਇਹ। ਤਾਂ ਇਹਨਾਂ ਨੇ ਕਿਹਾ ਅਟੈਕਡ ਬਾਈ ਪਿਟ ਬੁਲਸ ਵੀ ਜਿਹੜੇ ਪਿਟ ਬੁਲਸ ਸੀ ਉਹਨਾਂ ਨੇ ਕਿਸੇ ਤੇ ਦੇਖੋ ਅਟੈਕ ਕੀਤਾ। ਆਪਾਂ ਨੂੰ ਇਹਦੀ ਜੋ ਟਾਈਟਲ ਹੈ ਉਹਦੇ ਤੋਂ ਇਹ ਸਮਝ ਆ ਰਿਹਾ ਵੀ ਪਿਟ ਬੁਲਸ ਨੇ ਕਿਸੇ ਚੀਜ਼ ਤੇ ਕਿਸੇ ਤੇ ਅਟੈਕ ਕੀਤਾ, ਉਹਦੇ ਬਾਰੇ ਇਹ ਪੂਰੀ ਸਟੋਰੀ ਹੈ। So let's begin with its short questions. Why were the pit bulls in a mood to attack? ਕਹਿੰਦੇ ਜਿਹੜੇ ਪਿਟ ਬੁਲਸ ਸੀਗੇ ਉਹ ਅਟੈਕਿੰਗ ਦੇ ਮੂਡ ਦੇ ਵਿੱਚ ਕਿਉਂ ਸੀਗੇ? The pit bulls had been trained by a drug dealer to kill. ਕਹਿੰਦੇ ਜਿਹੜੇ ਪਿਟ ਬੁਲਸ ਸੀਗੇ ਉਹ ਡਰਗ ਡੀਲਰ ਦੁਆਰਾ ਲੋਕਾਂ ਨੂੰ ਮਤਲਬ ਮਾਰਨ ਦੇ ਲਈ ਟ੍ਰੇਨ ਕੀਤੇ ਗਏ ਸੀਗੇ। ਕਿਉਂ ਕੀਤੇ ਗਏ ਸੀ? ਦੇਖੋ ਜਿਹੜੇ ਡਰਗ ਡੀਲਰ ਹੁੰਦੇ ਨੇ ਕੌਣ ਹੁੰਦੇ ਆ? ਜਿਹੜੇ ਨਸ਼ੇ ਵਗੈਰਾ ਕੁਛ ਵੀ ਸਪਲਾਈ ਵਗੈਰਾ ਕਰਦੇ ਆ ਤਾਂ ਉਹ ਲੋਕ ਤਾਂ ਜਿਹੜੇ ਡੌਗਸ ਹੈ ਇਹੀ ਕੰਮ ਲਈ ਰੱਖਦੇ ਆ ਵੀ ਕਈ ਵਾਰੀ ਕੋਈ ਸਾਡੇ ਉੱਥੇ ਆ ਰਿਹਾ ਬੰਦਾ ਤਾਂ ਉਹਨੂੰ ਹੈ ਨਾ ਅਟੈਕ ਕਰ ਸਕਣ। The drug dealer had used them to guard his property. ਕਹਿੰਦੇ ਜਿਹੜੇ ਡਰਗ ਡੀਲਰ ਸੀ ਉਹ ਇਹਨਾਂ ਪਿਟ ਬੁਲਸ ਨੂੰ ਆਪਣੀ ਪ੍ਰੋਪਰਟੀ ਨੂੰ ਗਾਰਡ ਕਰਨ ਦੇ ਲਈ ਉਹਦਾ ਧਿਆਨ ਰੱਖਣ ਦੇ ਲਈ ਰੱਖਦੇ ਸੀਗੇ, ਯੂਜ਼ ਕਰਦੇ ਸੀ। The dogs had escaped their keeper 2 months earlier. ਕਹਿੰਦੇ ਜਿਹੜੇ ਡੌਗਸ ਸੀਗੇ 2 ਮੰਥ ਪਹਿਲਾਂ ਉਹਨਾਂ ਦਾ ਜਿਹੜਾ ਓਨਰ ਸੀਗਾ, ਕੀਪਰ ਸੀ, ਕੇਅਰ ਟੇਕਰ ਸੀ, ਉਹ ਉਹਨਾਂ ਤੋਂ ਦੂਰ ਚਲਾ ਗਿਆ। As they had been hungry for a long time. ਤਾਂ ਦੇਖੋ ਬਹੁਤ ਲੰਬੇ ਸਮੇਂ ਤੋਂ ਕੀ ਸੀਗੇ? ਭੁੱਖੇ ਸੀਗੇ ਤਾਂ ਉਹਨਾਂ ਨੂੰ ਖਾਣ ਲਈ ਤਾਂ ਕੁਝ ਵੀ ਚਾਹੀਦਾ ਸੀਗਾ। They were in a mood to attack anything. ਤਾਂ ਉਹਨਾਂ ਨੂੰ ਜਿਹੜਾ ਵੀ ਚੀਜ਼ ਮਿਲਦੀ ਸੀ ਤਾਂ ਉਹ ਹਰ ਇੱਕ ਚੀਜ਼ ਤੇ ਅਟੈਕ ਕਰਨ ਦੇ ਮੂਡ ਵਿੱਚ ਸੀਗੇ। So next question ਹੈ why did Johnny Ford try his morning walks? ਕਹਿੰਦੇ ਜਿਹੜਾ ਜੋਨੀ ਫੋਰਡ ਸੀ ਇਹ ਕਿਸੇ ਬੰਦੇ ਦਾ ਨਾਮ ਹੈ, ਠੀਕ ਹੈ, ਜਿਹੜਾ ਕਿ ਇੰਗਲੈਂਡ ਦੇ ਵਿੱਚ ਰਹਿੰਦਾ ਹੈ, ਉਹਦਾ ਨਾਮ ਹੈ ਤੇ ਇਹ ਉੱਥੇ ਇੱਕ ਵਧੀਆ ਪੋਸਟ ਤੇ ਲੱਗਿਆ ਹੁੰਦਾ ਹੈ, ਮੇਅਰ ਦੀ ਪੋਸਟ ਤੇ ਲੱਗਿਆ ਹੁੰਦਾ ਤੇ ਕਹਿੰਦੇ ਜਿਹੜਾ ਜੋਨੀ ਫੋਰਡ ਸੀਗਾ ਉਹ ਜਿਹੜੀ ਮਾਰਨਿੰਗ ਵਾਕ ਸੀਗਾ ਉਹਦੇ ਵਿੱਚ ਟ੍ਰੇਜਰ ਮਤਲਬ ਹੁੰਦਾ ਖਜ਼ਾਨਾ, ਮਤਲਬ ਵੀ ਉਹ ਮਾਰਨਿੰਗ ਵਾਕ ਕਿਉਂ ਕਰਦਾ ਸੀਗਾ? ਇੰਨੀ ਖੁਸ਼ੀ ਉਹਨੂੰ ਕਿਉਂ ਮਿਲਦੀ ਸੀ, ਆਨੰਦ ਕਿਉਂ ਮਿਲਦਾ ਸੀ ਮਾਰਨਿੰਗ ਵਾਕ ਕਰਕੇ? Johnny Ford tried his morning walks because he could breathe the fresh air and enjoy a few solitary runs. ਕਹਿੰਦੇ ਜਿਹੜਾ ਜੌਨੀ ਫੋਰਡ ਸੀਗਾ ਉਹਨੂੰ ਤਾਂ ਕਰਕੇ ਮਾਰਨਿੰਗ ਵਾਕ ਇੰਨੀ ਅੱਛੀ ਲੱਗਦੀ ਸੀ ਕਿਉਂਕਿ ਉਹ ਇੱਕ ਤਾਂ ਫਰੈਸ਼ ਏਅਰ ਦੇ ਵਿੱਚ ਸਾਹ ਲੈ ਸਕਦਾ ਸੀ ਉਸ ਟਾਈਮ ਤੇ ਇੱਕ ਉਹ ਕੱਲਾ ਸੋਲਿਟਰੀ ਹੁੰਦਾ, ਕੱਲਾ ਆਈਸੋਲੇਟਰੀ ਵੀ ਲਿਖ ਸਕਦੇ ਹੋ ਆਪਾਂ ਕਿ ਕੱਲਾ ਹੀ ਮਤਲਬ ਉਸ ਟਾਈਮ ਤੁਰ ਸਕਦਾ ਸੀ। ਕੁਝ ਵੀ ਹੈ ਆਪਾਂ ਕਹਿੰਦੇ ਹਾਂ ਨਾ ਹਰ ਇੱਕ ਇਨਸਾਨ ਨੂੰ ਕੁਝ ਸਮਾਂ ਇਕੱਲੇ ਵੀ ਰਹਿਣਾ ਚਾਹੀਦਾ ਤਾਂ ਕਿ ਉਹ ਮਤਲਬ ਜਿਹੜੀਆਂ ਵੀ ਪ੍ਰੋਬਲਮਸ ਹੈ ਆਪਾਂ ਆਪਣੇ ਆਪ ਨਾਲ ਹੀ ਸ਼ੇਅਰ ਕਰਕੇ ਦੂਰ ਕਰ ਸਕਦੇ ਹੁੰਦੇ ਆ। Moreover, he could think, plan, pray a little and strengthen himself to face the difficult problems at the office during the day. ਕਹਿੰਦੇ moreover ਕੀ ਸੀਗਾ ਕਿ ਉਹ ਸੋਚ ਵੀ ਸਕਦਾ ਸੀ, ਪਲਾਨ ਵੀ ਕਰ ਸਕਦਾ ਸੀਗਾ। ਕਾਹਦੇ ਲਈ? ਵੀ ਉਹਨਾਂ ਨੇ ਜਿਹੜੀਆਂ ਵੀ ਉਹਦੀ ਲਾਈਫ ਦੇ ਵਿੱਚ ਉਹਨੂੰ ਮਤਲਬ ਡਿਊਰਿੰਗ ਦਾ ਡੇ ਦਿਨ ਦੇ ਵਿੱਚ ਪ੍ਰੋਬਲਮਸ ਫੇਸ ਕਰਨੀਆਂ ਪੈ ਰਹੀਆਂ ਸੀਗੀਆਂ ਆਫਿਸ ਦੇ ਵਿੱਚ। ਸੋ ਮਤਲਬ ਇਹੀ ਹੁੰਦਾ ਵੀ ਜਦੋਂ ਆਪਾਂ ਇਕੱਲੇ ਹੁੰਦੇ ਹਾਂ ਤਾਂ ਆਪਾਂ ਨੂੰ ਜਿਹੜੀਆਂ ਵੀ ਪ੍ਰੋਬਲਮਸ ਹੁੰਦੀਆਂ ਨੇ ਆਪਾਂ ਉਹ ਸਾਰੀਆਂ ਬਾਰੇ ਸੋਚ ਸਕਦੇ ਹੁੰਦੇ ਹਾਂ। ਨੈਕਸਟ ਹੈ what was Ford's father's favorite saying? ਕਹਿੰਦੇ ਜਿਹੜੇ ਫੋਰਡ ਦੇ ਫਾਦਰ ਸੀ ਉਹਨਾਂ ਦੇ ਸਭ ਤੋਂ ਵਧੀਆ ਕਿਹੜੀ ਵਰਡਸ ਸੀ, ਉਹ ਕੀ ਕਹਿੰਦੇ ਹੁੰਦੇ ਸੀਗੇ? The favorite saying of Ford's father was, ਇਹ ਲਾਈਨ ਦੇਖੋ ਬਹੁਤ ਇੰਪੋਰਟੈਂਟ ਹੈ ਵੀ ਉਹ ਕੀ ਕਹਿੰਦੇ ਸੀ। ਆਪਾਂ ਲੌਂਗ ਕੁਐਸਚਨ ਦੇ ਵਿੱਚ ਵੀ ਹਾਈਲਾਈਟ ਕਰਕੇ ਲਿਖਣੀ ਹੈ ਤੇ ਸ਼ਾਰਟ ਵਿੱਚ ਵੀ ਆਪਾਂ ਆਲਮੋਸਟ ਇਹ ਹਰ ਇੱਕ ਕੁਐਸਚਨ ਦੇ ਵਿੱਚ ਫਿੱਟ ਹੋ ਜਾਂਦੀ ਹੈ ਲਾਈਨ। Son, if a thing appears difficult, you are not trying hard enough. ਉਹ ਕਹਿੰਦੇ ਸੀਗੇ ਵੀ ਬੇਟਾ
ਜੇ ਤੁਹਾਨੂੰ ਲਾਈਫ ਦੇ ਵਿੱਚ ਕੋਈ ਵੀ ਕੰਮ ਔਖਾ ਲੱਗ ਰਿਹਾ ਹੈ ਤਾਂ ਇਸ ਦਾ ਮਤਲਬ ਇਹ ਹੈ ਵੀ ਤੁਸੀਂ ਉਹਦੇ ਲਈ ਮਿਹਨਤ ਨਹੀਂ ਕੀਤੀ, ਜਿੰਨੀ ਉਸ ਕੰਮ ਦੇ ਲਈ ਮਿਹਨਤ ਚਾਹੀਦੀ ਸੀ ਓਨੀ ਤੁਸੀਂ ਇਸ ਕੰਮ ਦੇ ਲਈ ਮਿਹਨਤ ਨਹੀਂ ਕੀਤੀ। ਇਨ ਅਦਰ ਵਰਡਸ, ਇਫ he tried hard, nothing would appear difficult to him। ਕਹਿੰਦੇ ਦੂਸਰੇ ਸ਼ਬਦਾਂ ਵਿੱਚ ਕਹਿ ਸਕਦੇ ਆ ਵੀ ਜੇ ਫੋਰਡ ਸਖਤ ਮਿਹਨਤ ਕਰਦੇ ਤਾਂ ਕੁਝ ਵੀ ਉਹਨਾਂ ਨੂੰ ਡਿਫਿਕਲਟ ਨਹੀਂ ਜਾਪੇਗਾ। ਨੈਕਸਟ ਕੁਐਸਚਨ ਹੈ, what was Ford's father's role in developing the personality of his son। ਕਹਿੰਦੇ ਜਿਹੜੇ ਫੋਰਡ ਦੇ ਫਾਦਰ ਦਾ ਕੀ ਰੋਲ ਸੀਗਾ ਉਹ ਆਪਣੇ ਬੇਟੇ ਦੀ ਪਰਸਨੈਲਿਟੀ ਨੂੰ ਡਿਵੈਲਪ ਕਰਨ ਦੇ ਵਿੱਚ। Ford's father played a major role in developing the personality of his son। ਕਹਿੰਦੇ ਜਿਹੜੇ ਫੋਰਡ ਦੇ ਫਾਦਰ ਸੀ ਉਹਨਾਂ ਦਾ ਇੱਕ ਬਹੁਤ ਮੇਜਰ ਰੋਲ ਸੀ, ਮੇਜਰ ਹੁੰਦਾ ਬਹੁਤ ਵੱਡਾ ਰੋਲ ਸੀਗਾ ਆਪਣੇ ਬੇਟੇ ਦੀ ਪਰਸਨੈਲਿਟੀ ਨੂੰ ਡਿਵੈਲਪ ਕਰਨ ਦੇ ਵਿੱਚ। He along with his wife gave to Ford the chances that he himself never had। He ensured that he was the first child on the block to learn his ABCs। Ford was the boy with the most shining shoes and the sharpest pressed pants। He was the one who joined the Boy Scouts, Bible classes and summer camps। His father always pushed him to try ever harder। ਕਹਿੰਦੇ ਜਿਹੜਾ ਫੋਰਡ ਸੀਗਾ ਉਹ ਇਕੱਲਾ ਇੱਦਾਂ ਦਾ ਬੱਚਾ ਸੀਗਾ ਪੂਰੇ ਟਾਊਨ ਦੇ ਵਿੱਚ ਜਿਹਨੂੰ ਇੰਨੀਆਂ ਕਲਾਸਿਸ ਉਹਦੇ ਪੇਰੈਂਟਸ ਨੇ ਪ੍ਰੋਵਾਈਡ ਕੀਤੀਆਂ ਸੀ, ਮਤਲਬ ਉਹ ਬਹੁਤ ਕੁਝ ਸਿੱਖ ਰਿਹਾ ਸੀਗਾ ਅਤੇ ਉਹ ਇਕੱਲਾ ਹੀ ਇੱਦਾਂ ਦਾ ਬੱਚਾ ਸੀ ਜਿਹੜਾ ਬਹੁਤ ਸ਼ਾਈਨਿੰਗ ਸ਼ੂਜ਼ ਪਾਉਂਦਾ ਸੀਗਾ ਅਤੇ ਹਮੇਸ਼ਾ ਪ੍ਰੈਸ ਕੀਤੀਆਂ ਹੋਈਆਂ ਬਹੁਤ ਅੱਛੇ ਪ੍ਰੈਸ ਕੀਤੇ ਹੋਇਆ ਵਧੀਆ ਪੈਂਟਸ ਪਾਉਂਦਾ ਸੀਗਾ ਅਤੇ ਉਹਨੇ ਬਹੁਤ ਜ਼ਿਆਦਾ ਕਲਾਸਿਸ, ਬਾਈਬਲ ਦੀਆਂ ਕਲਾਸਿਸ, ਸਕਾਊਟਸ ਦੀਆਂ ਕਲਾਸਿਸ, ਸਮਰ ਕੈਂਪਸ ਵਗੈਰਾ ਬਹੁਤ ਜ਼ਿਆਦਾ ਜੁਆਇਨ ਕੀਤੇ ਸੀਗੇ। ਸੋ ਕੀ ਕਹਿੰਦੇ ਸੀ ਕਿ ਹਮੇਸ਼ਾ ਉਹਦੇ ਫਾਦਰ ਵੀ ਕੁਛ ਵੀ ਹਾਰਡ ਨਹੀਂ ਹੈ ਅਤੇ ਇਹਨੇ ਸਾਰਾ ਕੁਛ ਸਿੱਖਣਾ ਹੈ। ਨੈਕਸਟ ਕੁਐਸਚਨ ਹੈ, ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ, ਇਹਨੂੰ ਤੁਸੀਂ ਲਰਨ ਕਰਕੇ ਬਹੁਤ ਕੁਐਸਚਨਸ ਦੇ ਵਿੱਚ ਫਿੱਟ ਕਰ ਸਕਦੇ ਹੋ। ਹਾਊ ਵਾਜ਼ ਜੌਨੀ ਫੋਰਡ ਫਾਈਨਲੀ ਸੇਵਡ। ਕਹਿੰਦੇ ਜਿਹੜੇ ਜੌਨੀ ਫੋਰਡ ਸੀਗੇ ਉਹ ਫਾਈਨਲੀ ਸੇਵ ਕਿਵੇਂ ਹੋਏ। ਦੇਖੋ ਜਿਹੜੇ ਉਹ ਪਿਟ ਬੁਲਸ ਸੀ, ਆਪਾਂ ਸਟਾਰਟਿੰਗ 'ਚ ਗੱਲ ਕੀਤੀ ਸੀ ਕਿ ਉਹਨਾਂ ਨੇ ਅਟੈਕ ਕੀਤਾ ਤਾਂ ਉਹਨਾਂ ਨੇ ਜੌਨੀ ਫੋਰਡ 'ਤੇ ਅਟੈਕ ਕੀਤਾ ਸੀਗਾ, ਠੀਕ ਹੈ, ਜਿਨ੍ਹਾਂ ਦੀ ਆਪਾਂ ਨੂੰ ਇਹ ਸਾਰੀ ਸਟੋਰੀ ਦੱਸ ਰਹੇ ਨੇ ਕਿ ਉਹ ਬਹੁਤ ਵਧੀਆ ਸੀਗੇ, ਠੀਕ ਹੈ, ਉਹਨਾਂ ਨੇ ਬਹੁਤ ਕੰਮ ਸਿੱਖਿਆ ਸੀਗਾ। ਹੁਣ ਉਹਨਾਂ 'ਤੇ ਦੇਖੋ ਅਟੈਕ ਕੀਤਾ ਪਿਟ ਬੁਲਸ ਨੇ ਤਾਂ ਉਹਨਾਂ ਨੇ ਆਪਣੇ ਆਪ ਨੂੰ ਕਿਵੇਂ ਸੇਵ ਕੀਤਾ। ਜੌਨੀ ਫੋਰਡ ਵਾਜ਼ ਸਡਨਲੀ ਅਟੈਕਡ ਬਾਈ 2 ਪਿਟ ਬੁਲਸ। ਕਹਿੰਦੇ ਜੌਨੀ ਫੋਰਡ 'ਤੇ ਅਚਾਨਕ 2 ਪਿਟ ਬੁਲਸ ਦੁਆਰਾ ਅਟੈਕ ਕੀਤਾ ਗਿਆ। Although he faced them boldly, his blows made no impression on them। ਕਹਿੰਦੇ ਭਾਵੇਂ ਕਿ ਉਹਨਾਂ ਨੇ ਬਹੁਤ ਹੀ ਬਹਾਦਰੀ ਨਾਲ ਉਹਨਾਂ ਦਾ ਸਾਹਮਣਾ ਕੀਤਾ ਪਰ ਜਿਹੜੇ ਦੇਖੋ ਪਿਟਬੁਲ ਹੁੰਦੇ ਆ ਬਹੁਤ ਖਤਰਨਾਕ ਹੁੰਦੇ ਆ, ਉਹਨਾਂ ਨੂੰ ਮਤਲਬ ਜਲਦੀ ਉਹ ਕਾਬੂ ਨਹੀਂ ਆਉਂਦੇ ਕਿਸੇ ਤੋਂ। ਜੇ ਹੁਣ ਆਪਣੇ ਵਰਗੇ ਨੋਰਮਲ ਇਨਸਾਨ ਹੈ ਉਹਨਾਂ ਦੇ ਅੱਗੇ ਆ ਜਾਣ ਤਾਂ ਆਪਾਂ ਤਾਂ ਬਿਲਕੁਲ ਵੀ ਉਹਨਾਂ ਨੂੰ ਕਾਬੂ ਨਹੀਂ ਕਰ ਸਕਦੇ। ਜਿਹੜੇ ਥੋੜ੍ਹੇ ਐਕਸਪਰਟ ਹੁੰਦੇ ਆ ਉਹ ਵੀ ਮੁਸ਼ਕਿਲ ਨਾਲ ਹੀ ਕਰ ਪਾਉਂਦੇ ਨੇ ਕਿਉਂਕਿ ਇਹੀ ਸਿਰਫ ਇੱਦਾਂ ਦੀ ਨਸਲ ਹੈ, ਬਰੀਡ ਹੈ ਜਿਹੜੀ ਕਿ ਜ਼ਿਆਦਾ ਹੀ ਥੋੜ੍ਹੀ ਜਿਹੀ ਅਟੈਕਿੰਗ ਹੈ। ਬਾਕੀ ਥੋੜ੍ਹੇ ਜਿਹੇ ਆਪਾਂ ਕਹਿ ਦਿੰਦੇ ਹਾਂ ਠੀਕ ਹੁੰਦੇ ਨੇ। ਸੋਨ ਹੀ ਵਾਜ਼ ਲੁਕਿੰਗ ਇਨ ਟੂ ਦ ਆਈਜ਼ ਆਫ ਡੈਥ। ਕਹਿੰਦੇ ਜਲਦੀ ਉਹ ਆਪਣੀ ਮਤਲਬ ਦੇਖਣ ਲੱਗ ਗਿਆ ਵੀ ਹਾਂ ਬਸ ਮੇਰੀ ਡੈਥ ਆ ਗਈ ਹੈ, ਮੈਨੂੰ ਮਾਰਨਗੇ। ਹਾਊਐਵਰ ਹੀ ਰੇਸਡ ਫॉर ਦ ਨੀਅਰੈਸਟ ਟਰੀ। ਉਹਨੇ ਉਹਨਾਂ ਨਾਲ ਦੇਖੋ ਨੀਅਰੈਸਟ ਟਰੀ ਤੱਕ ਰੇਸ ਲਗਾਈ, ਮਤਲਬ ਉਹਨੂੰ ਸੀ ਵੀ ਮੈਂ ਭੱਜ ਕੇ ਉਰੇ ਚੜ ਜਾ ਅਤੇ ਆਪਣੀ ਲਾਈਫ ਸੇਵ ਕਰ ਲਾਂ। ਦ ਡੌਗਸ ਓਵਰਟੁੱਕ ਹਿਮ। ਓਵਰਟੁੱਕ ਹੁੰਦਾ ਵੀ ਪਿੱਛੇ ਛੱਡਣਾ, ਵੀ ਜਿਹੜੇ ਡੌਗਸ ਸੀ ਉਹਨੇ ਉਹਨੂੰ ਪਿੱਛੇ ਛੱਡਤਾ। ਫੋਰਡ ਕਲਾਈਮਡ ਅਪ ਅ ਥਿਨ ਟਾਲ ਐਂਡ ਡੈਡ ਪਾਈਨ ਟਰੀ। ਕਹਿੰਦੇ ਜਿਹੜਾ ਫੋਰਡ ਸੀਗਾ ਉਹਨੇ ਇੱਕ ਥਿਨ ਸੀਗਾ, ਟਾਲ ਜਾ ਸੀਗਾ ਅਤੇ ਡੈਡ ਮਤਲਬ ਪਤਲਾ ਜਾ, ਲੰਬਾ ਜਾ ਅਤੇ ਮਰਿਆ ਜਾ ਇੱਕ ਪਾਈਨ ਟਰੀ ਸੀ, ਉਹਨੂੰ ਕਲਾਈਂਬ ਕੀਤਾ। ਦ ਟਰੀ ਬ੍ਰੋਕ ਥਰੋਇੰਗ ਹਿਮ ਇਨਟੂ ਅਨਦਰ ਥਿਨ ਪਾਈਨ। ਕਹਿੰਦੇ ਜਿਹੜਾ ਟਰੀ ਸੀਗਾ ਟੁੱਟ ਗਿਆ ਅਤੇ ਉਹ ਕਿਸੇ ਹੋਰ ਪਾਈਨ ਟਰੀ 'ਤੇ ਗਿਰ ਗਿਆ। ਦ ਟਰੀ ਬਿਗੇਨ ਟੂ ਬੈਂਡ ਟੂਵਰਡਸ ਦ ਵੇਟਿੰਗ ਡੌਗਸ। ਕਹਿੰਦੇ ਜਿਹੜਾ ਉਹ ਡੌਗਸ ਸੀ ਨੀਚੇ ਵੇਟ ਕਰ ਰਹੇ ਸੀ, ਜਿਹੜਾ ਟਰੀ ਸੀਗਾ ਉਹ ਉਹਨਾਂ ਕਨੀ ਬੈਂਡ ਹੋਣ ਲੱਗਿਆ।
At last he dropped to the ground and decided to die fighting. ਕਹਿੰਦੇ ਐਂਡ ਦੇ ਵਿੱਚ ਉਹਨੇ ਡਿਸਾਈਡ ਕੀਤਾ ਵੀ ਮੈਂ ਗਰਾਊਂਡ ਤੇ ਜਾਊਂਗਾ ਤੇ ਇਹਨਾਂ ਨਾਲ ਲੜੂੰਗਾ. The struggle continued for a long time. ਕਹਿੰਦੇ ਜਿਹੜੇ ਸਟਰਗਲ ਸੀਗੀ ਲੰਬਾ ਸਮਾਂ ਚੱਲਦੀ ਰਹੀ ਡੌਗਸ ਦੇ ਵਿੱਚ ਤੇ ਜੌਨੀ ਫੋਰਡ ਦੇ ਵਿੱਚ. Finally he climbed up the top of a tree and shouted for help. ਕਹਿੰਦੇ ਫਾਈਨਲੀ ਉਹ ਇੱਕ ਟਰੀ ਦੇ ਬਿਲਕੁਲ ਉੱਤੇ ਪਹੁੰਚ ਗਿਆ ਤੇ ਹੈਲਪ ਦੇ ਲਈ ਚਿਲਾਣ ਲੱਗਿਆ. It was an old farmer. ਕਹਿੰਦੇ ਉਹ ਇੱਕ old farmer ਸੀਗੇ Nathaniel who happened to hear a faint cry for help. ਕਹਿੰਦੇ ਜਿਨ੍ਹਾਂ ਨੇ ਉੱਥੋਂ ਇੱਕ ਮਤਲਬ ਫੈਂਟ ਕਰਾਈ ਹੁੰਦਾ ਬੇਹੋਸ਼ੀ ਦੀ ਹਾਲਤ ਦੇ ਵਿੱਚ ਜਿਹੜਾ ਬੰਦਾ ਚਿਲਾ ਰਿਹਾ ਹੋਵੇ ਹੈਲਪ ਦੇ ਲਈ ਵੀ ਇੱਦਾਂ ਦੀ ਆਵਾਜ਼ਾਂ ਸੁਣੀਆਂ. ਹੀ ਡਰੋਵ ਹਿਸ ਕਾਰ ਇਨਟੂ ਦ ਵੁੱਡਸ. ਉਹਨਾਂ ਨੇ ਆਪਣੀ ਕਾਰ ਨੂੰ ਵੁੱਡਸ ਦੇ ਵਿੱਚ ਛੱਡਿਆ. ਐਜ਼ ਹੀ ਗੋਟ ਆਊਟ Ford wanted him against the wild dogs and asked him to go back in the car. ਕਹਿੰਦੇ ਜਦੋਂ ਫੋਰਡ ਉਹਨਾਂ ਨੂੰ ਦੇਖਦਾ ਹੈ ਤਾਂ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਵਾਪਸ ਕਾਰ 'ਚ ਜਾਓ ਤੇ ਉਹਨਾਂ ਨੂੰ ਵਾਈਲਡ ਜਿਹੜੇ ਜੰਗਲੀ ਡੌਗ ਹੁੰਦੇ ਨੇ ਉਹੀ ਦੋ ਪਿਟਬੁਲਸ ਉਹਨਾਂ ਬਾਰੇ ਦੱਸਦਾ. Long took his gun from under his seat. ਜਿਹੜੇ ਲੌਂਗ ਸੀ ਉਹਨਾਂ ਦੀ ਕਾਰ ਦੇ ਵਿੱਚ ਸੀਟ ਦੇ ਥੱਲੇ ਕੀ ਸੀ ਗਨ ਸੀ ਉਹਨਾਂ ਨੇ ਉਹ ਲਿੱਤੀ. Leaned out of the window and fired several shots. ਤੇ ਵਿੰਡੋ ਦੇ ਵਿੱਚੋਂ ਬਾਹਰ ਕੱਢੀ ਤੇ ਬਹੁਤ ਜ਼ਿਆਦਾ ਜਿਹੜੇ ਮਤਲਬ ਗੋਲੀਆਂ ਚਲਾਈਆਂ. One of the dogs fell dead. ਦੋਨਾਂ ਦੇ ਵਿੱਚੋਂ ਇੱਕ ਡੌਗ ਮਰ ਗਿਆ. The other wounded ਤੇ ਦੂਜਾ ਜ਼ਖਮੀ ਹੋ ਗਿਆ. Tried to escape into the bushes. ਤੇ ਉਹ ਕੀ ਰਿਹਾ ਸੀਗਾ ਬਸ਼ਿਸ ਹੁੰਦਾ ਜਿਹੜੀ ਉੱਥੇ ਝਾੜੀਆਂ ਹੁੰਦੀਆਂ ਨੇ. escape ਹੁੰਦਾ ਭੱਜਣਾ ਠੀਕ ਹੈ ਤੇ ਉਹ ਚਾਹੁੰਦਾ ਸੀ ਵੀ ਮੈਂ ਉਰੇ ਭੱਜ ਜਾ ਮਤਲਬ ਝਾੜੀਆਂ ਦੇ ਵਿੱਚ ਲੁਕ ਜਾ. Ford asked Long for the gun. ਜਿਹੜਾ ਫੋਰਡ ਹੈ ਉਹ ਲੌਂਗ ਨੂੰ ਉਹਨਾਂ ਦੀ ਗਨ ਬਾਰੇ ਪੁੱਛਦਾ ਹੈ. ਐਂਡ ਕਿਲਡ ਦਾ ਡੌਗ ਵਿਦ ਅ ਫਾਈਨਲ ਸ਼ੂਟ. ਉਹਨਾਂ ਤੋਂ ਗਨ ਲੈ ਕੇ ਉਹ ਫਾਈਨਲ ਸ਼ੂਟ ਮਾਰਦਾ ਤੇ ਜਿਹੜਾ ਉਹ ਡੌਗ ਸੀਗਾ ਉਹਨੂੰ ਵੀ ਮਾਰ ਦਿੰਦਾ. Thus he finally saved from the clutches of death. ਕਹਿੰਦੇ ਇਸ ਤਰ੍ਹਾਂ ਉਹ ਮੌਤ ਦੇ ਘਰ ਵਿੱਚੋਂ ਬਾਹਰ ਆ ਜਾਂਦਾ. Next question ਹੈ how did the pit bulls look like? Describe their appearance in 30 to 35 words. ਕਹਿੰਦੇ ਜਿਹੜੇ ਪਿਟ ਬੁਲਸ ਸੀ ਉਹ ਕਿਵੇਂ ਦੇ ਲੱਗਦੇ ਸੀਗੇ ਇਹ ਚੀਜ਼ ਬਾਰੇ ਦੱਸਣਾ ਹੈ. The pit bulls were shabby looking. shabby ਹੁੰਦਾ ਜਿਹੜੇ ਜਿਵੇਂ ਆਪਾਂ ਕਹਿੰਦੇ ਨਾ ਲਾਈਕ ਜਿਹੜੇ ਬਦਸੂਰਤ ਹੁੰਦੇ ਆ ਨਾ ਡਲ ਜੇ ਜਿਨ੍ਹਾਂ ਨੂੰ ਦੇਖਣ ਦਾ ਜੀ ਨਹੀਂ ਕਰਦਾ ਇੱਦਾਂ ਦੇ ਸੀਗੇ ਉਹ. They were suffering from a skin disease. ਤੇ ਉਹਨਾਂ ਨੂੰ skin disease ਸੀਗੀ. They had cold armed shaped eyes and wedge shaped heads. ਕਹਿੰਦੇ ਜਿਹੜੀ ਉਹਨਾਂ ਦੀ ਆਈਜ਼ ਕਿਵੇਂ ਸੀ ਕੋਲਡ ਆਰਮਡ ਉਹ ਕਿਹੜੀਆਂ ਹੁੰਦੀਆਂ ਨੇ ਜਿੱਦਾਂ ਆਪਣੀ ਲਾਈਕ ਘਰ ਦੇਖੋ ਨੇਲ ਹੈ ਇਹਦੀ ਜਿਹੜੀ ਸ਼ੇਪ ਹੈ ਉਹ ਹੁੰਦੀ ਹੈ ਕੋਲਡ ਆਰਮਡ ਸ਼ੇਪ. ਕਹਿੰਦੇ ਇੱਦਾਂ ਦੀ ਉਹਨਾਂ ਦੀ ਅੱਖਾਂ ਸੀ ਤੇ ਵੈਜ ਸ਼ੇਪ ਉਹਨਾਂ ਦੇ ਹੈੱਡ ਸੀਗੇ. ਦੇਅਰ ਜੌਜ਼ ਵਰ ਵੈਰੀ ਬਿਗ ਐਂਡ ਵੀ ਸ਼ੇਪਡ. ਜਿਹੜੇ ਉਹਨਾਂ ਦੇ ਜਵਾੜੇ ਸੀਗੇ ਉਹ ਬਹੁਤ ਵੱਡੇ ਸੀਗੇ ਤੇ ਵੀ ਸ਼ੇਪ ਦੇ ਸੀਗੇ. ਦੇਅਰ ਲੈਗਸ ਵਰ ਸ਼ਾਰਟ ਬਟ ਪਾਵਰਫੁਲ. ਜਿਹੜੀਆਂ ਉਹਨਾਂ ਦੀਆਂ ਲੱਤਾਂ ਸੀ ਉਹ ਸ਼ਾਰਟ ਸੀਗੀਆਂ ਬਟ ਕੀ ਸੀਗੀਆਂ ਪਾਵਰਫੁਲ ਸੀਗੀਆਂ. ਸੋ ਫਾਈਨਲੀ ਇੱਦਾਂ ਦੀ ਉਹਨਾਂ ਦੀ ਅਪੀਅਰੈਂਸ ਸੀਗੀ. ਨੈਕਸਟ ਕੁਐਸਚਨ ਹੈ ਰਾਈਟ ਅ ਪੈਨ ਪੋਰਟਰੇਟ ਆਫ ਜੌਨੀ ਫੋਰਡ ਇਨ ਅਬਾਊਟ 75 ਵਰਡਸ. ਜੌਨੀ ਫੋਰਡ ਬਾਰੇ ਲਿਖਣਾ ਹੈ. ਦੇਖੋ ਆਪਾਂ 6 ਕੁਐਸਚਨ ਕਰ ਚੁੱਕੇ. ਤੁਸੀਂ ਇਹਨਾਂ ਦੇ ਵਿੱਚ ਤੁਹਾਨੂੰ ਜੌਨੀ ਫੋਰਡ ਬਾਰੇ ਸਾਰਾ ਕੁਝ ਪਤਾ ਲੱਗ ਗਿਆ. ਤੁਸੀਂ ਜੋ ਵੀ ਲਾਈਨਸ ਚਾਹੋ ਉਹ ਲਿਖ ਸਕਦੇ ਹੋ ਕਿਉਂਕਿ ਲਿਟਰੇਚਰ ਦੇ ਸਟੂਡੈਂਟ ਥੋੜ੍ਹਾ ਬਹੁਤ ਆਪੀ ਬਣਾ ਸਕਦੇ ਨੇ. ਥੋੜ੍ਹਾ ਕੀ ਵੈਸੇ ਆਪਾਂ ਨੂੰ ਟਰਾਈ ਕਰਨਾ ਚਾਹੀਦਾ ਕਿ ਆਪਾਂ ਜ਼ਿਆਦਾ ਆਪਣੇ ਵੱਲੋਂ ਹੀ ਬਣਾਈਏ. ਚਲੋ ਮੈਂ ਤੁਹਾਨੂੰ ਇੱਕ ਵਾਰੀ ਇਹ ਵੀ ਕਰਵਾ ਦਿੰਦੀ ਹਾਂ. ਜੌਨੀ ਫੋਰਡ ਵਾਜ਼ ਦਾ ਮੇਅਰ ਆਫ ਤੁਸਕੈਗੀ. ਹੀ ਵਾਜ਼ 46. ਕਹਿੰਦੇ ਜਿਹੜਾ ਜੌਨੀ ਫੋਰਡ ਸੀਗਾ ਕੌਣ ਸੀਗਾ ਮੇਅਰ ਸੀਗਾ ਤੇ 46 ਈਅਰਸ ਦਾ ਸੀਗਾ. ਹੀ ਵਾਜ਼ ਫੌਂਡ ਆਫ ਜੋਗਿੰਗ ਇਨ ਦ ਮੋਰਨਿੰਗ. ਤੇ ਉਹ ਸਵੇਰ ਸਮੇਂ ਜੋਗਿੰਗ ਕਰਨ ਦਾ ਬੜਾ ਸ਼ੌਕੀਨ ਸੀਗਾ. ਹੀ ਵਾਜ਼ ਗ੍ਰੇਟਲੀ ਇੰਸਪਾਇਰਡ ਬਾਈ ਦ ਫਾਦਰਸ ਫੇਵਰੇਟ ਸੇਇੰਗ. ਕਹਿੰਦੇ ਉਹ ਆਪਣੇ ਫਾਦਰ ਦੀ ਫੇਵਰੇਟ ਜਿਹੜੀ ਉਹ ਗੱਲ ਕਹਿੰਦੇ ਸੀਗੇ ਉਹਦੇ ਤੋਂ ਬਹੁਤ ਇੰਸਪਾਇਰ ਸੀਗਾ. ਕਿਹੜੀ ਗੱਲ ਸੀ ਮੈਂ ਤੁਹਾਨੂੰ ਪਿੱਛੇ ਵੀ ਦੱਸੀ ਸੀ. ਸਨ ਇਫ ਅ ਥਿੰਗ ਗਿਵਨ ਅਪੀਅਰਸ ਡਿਫੀਕਲਟ ਯੂ ਆਰ ਨਾਟ ਟਰਾਈਂਗ ਹਾਰਡ ਇਨਫ. ਕਿ ਬੱਚੇ ਜੇ ਤੁਸੀਂ ਤੁਹਾਨੂੰ ਕੋਈ ਵੀ ਚੀਜ਼ ਔਖੀ ਲੱਗ ਰਹੀ ਹੈ ਤਾਂ ਇਸਦਾ ਮਤਲਬ ਇਹ ਹੈ ਵੀ ਤੁਸੀਂ ਉਹਨੂੰ ਕੰਮ ਨੂੰ ਕਰਨ ਦੇ ਲਈ ਆਪਣਾ ਪੂਰਾ ਨਹੀਂ ਮਿਹਨਤ ਕੀਤੀ. ਇਨਫੈਕਟ
he had been adopted by Uncle Charlie and Aunt Tansy in his infancy। ਕਹਿੰਦੇ ਪਰ ਉਹਨੂੰ ਜਿਹੜਾ ਬੱਚਾ ਸੀਗਾ ਉਹਨੂੰ ਬਚਪਨ ਦੇ ਵਿੱਚ ਹੀ ਜਦੋਂ ਹੋਇਆ ਸੀ ਉਸ ਤੋਂ ਕੁਛ ਟਾਈਮ ਬਾਅਦ ਹੀ ਅੰਕਲ ਚਾਰਲੀ ਤੇ ਆਂਟ ਟੈਂਸੀ ਨੇ ਗੋਦ ਲੈ ਲਿਆ ਸੀਗਾ। ਇਟ ਵਾਜ਼ ਫੋਰਡਸ ਡ੍ਰੀਮ ਟੂ ਬੀ ਅ ਮੇਅਰ। ਕਹਿੰਦੇ ਫੋਰਡ ਦਾ ਡ੍ਰੀਮ ਸੀਗਾ ਕਿ ਉਹ ਮੇਅਰ ਬਣੇ। His sincere efforts made him the first black mayor of the town। ਕਹਿੰਦੇ ਜਿਹੜੇ ਉਹਦੇ ਬੜੇ ਵਧੀਆ ਬੜੇ ਉਹਨੇ ਐਫਰਟਸ ਸੀ ਉਹਦੇ ਨਾਲ ਉਹ ਉੱਥੇ ਟਾਊਨ ਦਾ ਫਰਸਟ ਬਲੈਕ ਮੇਅਰ ਬਣ ਗਿਆ ਸੀਗਾ। He became the founding president of the World Conference of Mayors। ਤੇ ਉਹ ਜਿਹੜੀ ਵਰਲਡ ਕਾਨਫਰੰਸ ਮੇਅਰਸ ਸੀ ਉਹਦਾ ਪ੍ਰੈਜ਼ੀਡੈਂਟ ਵੀ ਬਣ ਗਿਆ ਸੀਗਾ। Ford with sheer courage and the valiant advice to his father put up a daring fight with two ferocious dogs and saved his life। ਕਹਿੰਦੇ ਜਿਹੜਾ ਫੋਰਡ ਸੀਗਾ ਉਹ ਆਪਣੇ ਫਾਦਰ ਦੀਆਂ ਹੀ ਜੋ ਐਡਵਾਈਸ ਸਲਾਹਾਂ ਦੇ ਨਾਲ ਹੀ ਜਿਹੜਾ ਉਹ ਡੌਗਸ ਸੀ ਦੋ ਬਹੁਤ ਭਿਆਨਕ ਡੌਗਸ ਸੀ ਉਹਨਾਂ ਨਾਲ ਲੜ ਸਕਿਆ ਤੇ ਆਪਣੀ ਲਾਈਫ ਸੇਵ ਕਰ ਸਕਿਆ। ਨੈਕਸਟ ਕੁਐਸਚਨ ਹੈ ਹਾਊ ਡਿਡ ਹਿਜ਼ ਫਾਦਰਸ ਐਡਵਾਈਸ ਹੈਲਪ ਫੋਰਡ ਇਨ ਹਿਜ਼ ਆਰ ਆਫ ਡਿਫਿਕਲਟੀ। ਕਹਿੰਦੇ ਉਹਦੇ ਫਾਦਰ ਦੀ ਐਡਵਾਈਸ ਮੈਂ ਤੁਹਾਨੂੰ ਉਹ ਨਹੀਂ ਕਿਹਾ ਨਾ ਕਿ ਉਹਦੇ ਫਾਦਰ ਦੀ ਐਡਵਾਈਸ ਨਾਲ ਹੀ ਉਹਨੇ ਡੌਗਸ ਨੂੰ ਨਾਲ ਲੜਾਈ ਕੀਤੀ ਸੀਗੀ ਤੇ ਮਤਲਬ ਜਿੱਤਿਆ ਸੀਗਾ। ਤੇ ਹੁਣ ਇਹ ਕਹਿੰਦੇ ਉਹਦੇ ਫਾਦਰ ਦੀ ਕਿਹੜੀ ਐਡਵਾਈਸ ਸੀ ਜਿਹਦੇ ਕਰਕੇ ਉਹ ਇੰਨੀ ਡਿਫਿਕਲਟ ਟਾਈਮ ਦੇ ਵਿੱਚ ਉਹਦੀ ਹੈਲਪ ਹੋਈ। ਫੋਰਡ ਵਾਜ਼ ਫਾਈਟਿੰਗ ਐਨ ਅਨਈਕੁਅਲ ਐਂਡ ਲੂਸਿੰਗ ਫਾਈਟ ਵਿਦ ਦ ਟੂ ਵਾਈਲਡ ਡੌਗਸ। ਕਹਿੰਦੇ ਜਿਹੜਾ ਫੋਰਡ ਸੀਗਾ ਉਹ ਅਨਈਕੁਅਲ ਤੇ ਹਾਰਨ ਵਾਲੀ ਫਾਈਟ ਕਰ ਰਿਹਾ ਸੀਗਾ ਦੋ ਜੰਗਲੀ ਡੌਗਸ ਦੇ ਨਾਲ। In this hour of difficulty, he recalled the advice of his father। ਕਹਿੰਦੇ ਇਹ ਡਿਫਿਕਲਟੀ ਦੇ ਸਮੇਂ ਦੇ ਵਿੱਚ ਉਹ ਆਪਣੇ ਫਾਦਰ ਦੀ ਗੱਲ ਨੂੰ ਯਾਦ ਕਰਦਾ ਹੈ। Son, to survive in this world, you got to keep trying to do more than you thought you ever could। ਜਿਹੜੇ ਉਹਦੇ ਫਾਦਰ ਨੇ ਕਿਹਾ ਹੁੰਦਾ ਕਿ ਬੇਟਾ ਇਸ ਵਰਲਡ ਦੇ ਵਿੱਚ ਸਰਵਾਈਵ ਕਰਨ ਦੇ ਲਈ ਸਰਵਾਈਵ ਹੁੰਦਾ ਗੁਜ਼ਾਰਾ ਕਰਨ ਦੇ ਲਈ ਤੁਹਾਨੂੰ ਓਨਾ ਕਰਨਾ ਪਵੇਗਾ ਜਿੰਨਾ ਤੁਸੀਂ ਕਰਨ ਦੇ ਏਬਲ ਹੋ ਸਮਰਥ ਹੋ ਉਦੋਂ ਵੀ ਜ਼ਿਆਦਾ ਤੁਹਾਨੂੰ ਕਰਨਾ ਪਊਗਾ ਤਾਂ ਹੀ ਤੁਸੀਂ ਕੁਛ ਕਰ ਸਕੋਗੇ। ਫਾਦਰ ਹੈਡ ਆਲਸੋ ਸੈਡ ਕੀਪ ਟਰਾਈਂਗ ਹਾਰਡਰ ਐਂਡ ਯੂ ਵਿਲ ਡੂ ਬੈਟਰ ਦੈਨ ਐਵਰ ਥੋਟ ਯੂ ਕੁਡ। ਤੇ ਫਾਦਰ ਇਹ ਵੀ ਕਹਿੰਦੇ ਸੀ ਵੀ ਵਧੀਆ ਕਰਨ ਦੀ ਕੋਸ਼ਿਸ਼ ਕਰੋ ਇਹਦੇ ਨਾਲ ਕੀ ਹੋਊਗਾ ਤੁਸੀਂ ਜਿੰਨਾ ਕਰ ਸਕਦੇ ਹੋ ਉਦੋਂ ਵਧੀਆ ਕਰ ਸਕੋਗੇ। It was his father's advice that helped Ford save his life from the dogs। ਕਹਿੰਦੇ ਉਹਦੇ ਫਾਦਰ ਦੀ ਐਡਵਾਈਸ ਸੀ ਜਿਹਨੇ ਫੋਰਡ ਨੂੰ ਆਪਣੀ ਲਾਈਫ ਡੌਗਸ ਤੋਂ ਸੇਵ ਕਰਨ ਦੇ ਵਿੱਚ ਹੈਲਪ ਕੀਤੀ। ਸੋ ਇਹ ਦੋ ਗੱਲਾਂ ਉਹਦੇ ਫਾਦਰ ਦੀਆਂ ਉਹ ਯਾਦ ਕਰਕੇ ਉਹਨੂੰ ਬਹੁਤ ਹੌਸਲਾ ਮਿਲਿਆ ਤੇ ਉਹ ਏਬਲ ਹੋਇਆ ਆਪਣੀ ਲਾਈਫ ਸੇਵ ਕਰਨ ਦੇ ਵਿੱਚ। ਨੈਕਸਟ ਕੁਐਸਚਨ ਹੈ ਡਿਸਕ੍ਰਾਈਬ ਜੌਨੀ ਫੋਰਡਸ फाइट विद पिट बुल्स इन अबाउट 100 वर्ड्स। देखो ਉਹਦੀ फाइट बारे दसना है तो तुसी 5th क्वेश्चन ਜਿਹੜਾ ਆਪਾਂ ਕੀਤਾ ਸੀਗਾ हाउ वाज जॉनी फोर्ड फाइनली सेव्ड कि ਉਹ फाइनली ਕਿਵੇਂ ਸੇਵ ਹੋਇਆ ਸੇਮ ਲਿਖ ਸਕਦੇ ਹੋ। फर्स्ट लाइन ਇਹ वाली ਚੱਕ ਲਓ सिर्फ जॉनी फोर्ड वाज आउट फॉर जॉगिंग on the morning of October 1988 ਕਿ ਜਿਹੜੇ ਜੌਨੀ ਫੋਰਡ ਨੇ ਉਹ 19 ਅਕਤੂਬਰ 1988 ਨੂੰ ਮਾਰਨਿੰਗ 'ਚ ਜੋਗਿੰਗ ਕਰਨ ਜਾ ਰਹੇ ਸੀ। ਉਸ ਤੋਂ ਬਾਅਦ ਸਾਰਾ ਆਨਸਰ 5th ਕੁਐਸਚਨ ਵਾਲਾ ਲਿਖ ਦਿਓ। ਨੈਕਸਟ ਕੁਐਸਚਨ ਹੈ ਜੌਨੀ ਫੋਰਡ ਕੇਮ ਆਊਟ ਆਫ ਅ ਸਟਰਗਲ ਅ ਮੋਰ ਕੌਨਫੀਡੈਂਟ ਪਰਸਨ ਹਾਊ। ਕਿ ਜਿਹੜੇ ਜੌਨੀ ਫੋਰਡ ਸੀਗੇ ਉਹ ਸੰਘਰਸ਼ ਤੋਂ ਬਾਅਦ ਜ਼ਿਆਦਾ ਕੌਨਫੀਡੈਂਟ ਪਰਸਨ ਦੇ ਵਜੋਂ ਬਾਹਰ ਆਏ ਕਿਵੇਂ। ਦੇਖੋ ਉਹਨਾਂ ਨੇ 2 ਘੰਟੇ ਜਦੋਂ ਉਹਨਾਂ ਨਾਲ ਡੌਗਸ ਨਾਲ ਲੜਾਈ ਵਗੈਰਾ ਕੀਤੀ ਹੈ ਨਾ ਉਹਦੇ ਫਾਦਰ ਦੀਆਂ ਗੱਲਾਂ ਨੂੰ ਯਾਦ ਕੀਤਾ ਤਾਂ ਜਦੋਂ ਬੰਦਾ ਪਿਟ ਬੁਲਸ ਵਰਗੇ ਡੌਗਸ ਨਾਲ 2 ਘੰਟੇ ਰਹਿ ਕੇ ਠੀਕ ਹੈ ਆਊਗਾ ਤਾਂ ਉਹ ਜ਼ਿਆਦਾ ਹੀ ਕੌਨਫੀਡੈਂਟ ਹੋਊਗਾ। ਜੌਨੀ ਫੋਰਡਸ ਸਟਰਗਲ ਅਗੇਂਸਟ ਦ ਵਾਈਲਡ ਡੌਗਸ ਲਾਸਟਡ 2 hours and a half। ਕਹਿੰਦੇ ਜਿਹੜਾ ਜੌਨੀ ਫੋਰਡ ਸੀਗਾ ਉਹਦੀ ਜਿਹੜੇ ਡੌਗਸ ਸੀ ਉਹਨਾਂ ਨਾਲ 2.5 ਘੰਟੇ ਜਿਹੜੀ ਲੜਾਈ ਸੀ ਚੱਲਦੀ ਰਹੀ। ਹੀ ਨਿਊ ਦੈਟ ਇਟ ਵਾਜ਼ ਮੋਰ ਦੈਨ ਲੱਕ ਦੈਟ ਹੈਡ ਸੇਵਡ ਹਿਮ। ਉਹਨੂੰ ਪਤਾ ਸੀਗਾ ਵੀ ਜਿੰਨਾ ਮਤਲਬ ਜੇ ਉਹਨੇ ਫਾਦਰ ਦੀਆਂ ਗੱਲਾਂ ਨਾ ਯਾਦ ਆਉਂਦੀਆਂ ਤਾਂ ਉੱਥੇ ਨਹੀਂ ਸੇਵ ਹੋ ਸਕਦਾ ਸੀਗਾ। He had not surrendered to fear nor had to given up
द स्ट्रगल कहते उन्हें ना तो डर मूरे सरेंडर किया, ना ही उन्हें अपनी जी स्ट्रगल है वो तो मतलब हारिया या थकिया। ही वॉज ऑल द मोर अ कॉन्फिडेंट परसन रिमैंबरिंग हिज फादरस एडवाइस। कहते बहुत कॉन्फिडेंट परसन रहा तो उन्हें अपने फादर की एडवाइस याद रखी। कीप ट्राइंग हार्डर एंड यू विल डू बैटर दैन यू एवर थॉट यू कुड। कि तुसी वधिया कर सकते हो जे तुसी सख्त मेहनत करोगे तो तुसी जिन्ना डिजर्व करते हो उस तो बैटर काम कर सकोगे। नेक्स्ट एंड लास्ट क्वेश्चन इज एज अ चाइल्ड वट मेड जॉनी फोर्ड ड्रीम अबाउट बिकमिंग अ मेयर। कहते एक बच्चा होने के नाते जिहड़ा जॉनी फोर्ड सीगा उहदा की ड्रीम सीगा बिकमिंग अ मेयर भी, मतलब उन्होंने बच्चे नूं किवें वो इंस्पायर होया कि वो मेयर बनना बचपन दे विच ही ओहदा ड्रीम बन गया। एज अ चाइल्ड फोर्ड हैड अ ड्रीम टू बी अ मेयर। कहते जो बच्चा सीगा फोर्ड ओहदी ओहदा ड्रीम सीगा कि मैं मेयर बना। ही वॉज 13 वैन ही सा द वर्ड मेयर ऑन द मॉन्यूमेंट इन अ पब्लिक पार्क। कहते 13 ईयर्स का सी जदों उन्हें पब्लिक पार्क दे विच एक मॉन्यूमेंट ते मेयर वर्ड देखा सी। ही एंड अदर ब्लैक चिल्ड्रन वर नॉट अलाउड इन द पार्क दैन। कहते उस टाइम वो तो जोड़े होर ब्लैक चिल्ड्रन सी उन्होंने पार्क दे विच एंट्रेंस अलो नहीं सी। ही थॉट दैट अ मेयर मस्ट बी अ वैरी इंपॉर्टेंट परसन। उन्होंने लगता सीगा भी जो मेयर है वो बहुत इंपॉर्टेंट परसन हुंदा है, तां ही मेयर्स नूं भी पार्क दे विच जान दी परमिशन हुंदी है। ही वॉन्टेड टू बी अ मेयर so that he could let everybody in the park. Extra effort on his part made him the first black mayor on the town. कहते उन्होंने सी भी मैं जे मेयर बन गया तो सारे जने मैनू पार्क दे विच ठीक है जानणगे, तो ओहदी एफर्ट्स सी ओहदी मेहनत सी जिने उन्होंने फर्स्ट ब्लैक मेयर पूरे टाउन का बना दिता। सो दिस इज़ ऑल अबाउट योर 13th poem Attacking by Pet Bulls. Hope you all understand it. And the character sketch of Johnny Ford, we will discussing the character sketch of Johnny Ford in next video. Thank you. Hello students, in our today's video we are discussing